ਹਾਂਜੀ ਵੈਲਕਮ ਟੂ ਲਰਨ ਵਿਦ ਲੂਸੀਅਨ। ਸੋ ਦੋਸਤੋ, ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਤੁਹਾਡੇ ਲਈ ਬਹੁਤ ਹੀ ਸਾਰੀ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਉਹ ਵੀਡੀਓ ਲੈਕਚਰ ਦੇ ਜ਼ਰੀਏ ਲੈ ਕੇ ਆ ਰਹੇ ਹਾਂ। ਚਾਹੇ ਉਹ ਜਨਰਲ ਨੌਲੇਜ ਦੀ ਗੱਲ ਹੋਵੇ, ਚਾਹੇ ਉਹ ਕਿਸੇ ਖਾਸ ਸਬਜੈਕਟ ਦੀ ਸਟੱਡੀ ਦੀ ਗੱਲ ਹੋਵੇ, ਚਾਹੇ ਉਹ ਗਵਰਨਮੈਂਟ ਜੋਬ ਦੇ ਲਈ ਐਗਜ਼ਾਮਸ ਦੀ ਗੱਲ ਹੋਵੇ, ਤਾਂ ਆਪਾਂ ਤੁਹਾਡੇ ਲਈ ਨਵਾਂ ਮਟੀਰੀਅਲ ਜਿਹੜਾ ਹੈਗਾ ਨਵੇਂ ਲੈਕਚਰਸ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੰਗਲਿਸ਼ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ, ਜਿਹਦੇ ਨਾਲ ਰਿਲੇਟਡ ਸਾਡੇ ਸਾਰੇ ਹੀ ਪੇਪਰ, ਚਾਹੇ ਉਹ ਬੈਂਕਿੰਗ ਦਾ ਹੋਵੇ, ਚਾਹੇ ਪੁਲਿਸ ਦਾ ਹੋਵੇ, ਚਾਹੇ ਕੋਈ ਸਟੇਟ ਗਵਰਨਮੈਂਟ ਦਾ ਹੋਵੇ, ਉਹਦੇ ਨਾਲ ਰਿਲੇਟਡ ਕੁਐਸਚਨ ਨੇ ਜਿਹੜੇ ਉਹ 2 ਤੋਂ ਲੈ ਕੇ 4 ਕੁਐਸਚਨ ਇੰਗਲਿਸ਼ ਦੇ ਸੈਕਸ਼ਨ ਦੇ ਵਿੱਚ ਸਾਨੂੰ ਦਿਖਾਈ ਦਿੰਦੇ ਨੇ। ਅਤੇ ਬਹੁਤ ਹੀ ਇੰਪੋਰਟੈਂਟ ਜਿਹੜਾ ਹੈਗਾ ਇਹ ਲੈਕਚਰ ਹੈ, ਅਤੇ ਆਪਾਂ ਇਹਨੂੰ ਬਹੁਤ ਹੀ ਸੌਖੇ ਅਤੇ ਬਹੁਤ ਹੀ ਮਨੋਰੰਜਕ ਢੰਗ ਦੇ ਨਾਲ ਜਿਹੜਾ ਹੈਗਾ ਉਹ ਕਰਾਂਗੇ। ਅਤੇ ਟੌਪਿਕ ਸਾਡਾ ਹੈਗਾ ਜੀ ਇੰਗਲਿਸ਼ ਈਡੀਅਮਜ਼। ਤਾਂ ਈਡੀਅਮਜ਼ ਕੀ ਹੁੰਦੇ ਨੇ ਜੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ। ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਈਡੀਅਮ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਜੀ ਮੁਹਾਵਰੇ। ਸੋ ਪੰਜਾਬੀ ਦੇ ਵਿੱਚ ਆਪਾਂ ਮੁਹਾਵਰੇ ਕਹਿ ਦਿੰਦੇ ਹਾਂ, ਅਤੇ ਇੰਗਲਿਸ਼ ਦੇ ਵਿੱਚ ਸੇਮ ਹੀ ਚੀਜ਼ ਨੂੰ ਆਪਾਂ ਈਡੀਅਮਜ਼ ਕਹਿ ਦਿੰਦੇ ਹਾਂ। ਤਾਂ ਜਿੱਦਾਂ ਤੁਹਾਨੂੰ ਪਤਾ ਹੈ ਕਿ ਮੁਹਾਵਰੇ ਜਿਹੜੇ ਹੈਗੇ ਨੇ ਆਪਾਂ ਉਦੋਂ ਵਰਤਦੇ ਹਾਂ, ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਕਿਸੇ ਚੀਜ਼ ਨੂੰ, ਕਿਸੇ ਟਰਮ ਨੂੰ, ਕਿਸੇ ਡੂੰਘੀ ਗੱਲ ਨੂੰ ਐਗਜ਼ੈਂਪਲ ਦੇ ਨਾਲ ਮੁਹਾਵਰਾ ਵਰਤ ਕੇ ਸਮਝਾਉਂਦੇ ਹਾਂ। ਜਦੋਂ ਆਪਾਂ ਕੋਈ ਉਦਾਹਰਨ ਦੇ ਤੌਰ 'ਤੇ ਗੱਲ ਲੈ ਕੇ ਉਹਨੂੰ ਕਿਸੇ ਹੋਰ ਚੀਜ਼ ਨਾਲ ਰਿਲੇਟ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਸਾਨੂੰ ਮੁਹਾਵਰਿਆਂ ਦੀ ਲੋੜ ਪੈਂਦੀ ਆ। ਸੋ ਪੰਜਾਬੀ ਦੇ ਜਿਹੜੇ ਮੁਹਾਵਰੇ ਨੇ ਉਹਦਾ ਵੀ ਆਪਾਂ ਨੇ ਜਿਹੜਾ ਹੈਗਾ ਲੈਕਚਰ ਉਹ ਸ਼ੁਰੂ ਕਰ ਰੱਖਿਆ ਹੈ। ਅਤੇ ਹੁਣ ਆਪਾਂ ਇੰਗਲਿਸ਼ ਦੇ ਜਿਹੜੇ ਮੁਹਾਵਰੇ ਨੇ, ਇਹ ਵੀ ਬਹੁਤ ਇੰਪੋਰਟੈਂਟ ਟੌਪਿਕ ਹੈ, ਕਿਉਂਕਿ ਪੰਜਾਬੀ ਦੇ ਮੁਹਾਵਰੇ ਨੇ ਜਿਹੜੇ ਉਹ ਆਪਾਂ ਆਮ ਵੀ ਸੁਣਦੇ ਰਹਿੰਦੇ ਹਾਂ ਅਤੇ ਪੜ੍ਹਦੇ ਵੀ ਰਹਿੰਦੇ ਹਾਂ। ਪਰ ਜਿਹੜੇ ਇੰਗਲਿਸ਼ ਦੇ ਮੁਹਾਵਰੇ ਨੇ ਇਹ ਸਾਨੂੰ ਬਹੁਤੇ ਜਿਹੜੇ ਹੈਗੇ ਨੇ ਉਹ ਕਦੇ ਡੇਲੀ ਜ਼ਿੰਦਗੀ ਦੇ ਵਿੱਚ ਦੇਖਣ ਨੂੰ, ਸੁਣਨ ਨੂੰ ਨਹੀਂ ਮਿਲਦੇ। ਸੋ ਇਹਨਾਂ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਪੜ੍ਹਨਾ ਅਤੇ ਆਪਣੇ ਜਿਹੜੇ ਨੰਬਰ ਨੇ ਉਹ ਸਿਕਿਉਰ ਕਰਨੇ ਨੇ। ਸੋ ਆਪਾਂ ਸਮੇਂ-ਸਮੇਂ 'ਤੇ 15, 20 ਜਾਂ 10 ਮੁਹਾਵਰੇ, ਈਡੀਅਮਸ ਨੇ ਜਿਹੜੇ ਉਹ ਵੀਡੀਓ ਲੈਕਚਰ ਦੇ ਥਰੂ ਡਿਸਕਸ ਕਰਦੇ ਰਹਾਂਗੇ, ਅਤੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ। ਤਾਂ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾ ਮੁਹਾਵਰਾ, ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਜੀ ਅ ਬਿਗ ਮਾਊਥ। ਤਾਂ ਇਹ ਜਿਹੜੇ ਹੈਗੇ ਨੇ ਕਈ ਮੁਹਾਵਰੇ, ਕਈ ਜਿਹੜੇ ਈਡੀਅਮਸ ਨੇ ਉਹ ਇੱਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਪਾਂ ਨੂੰ ਦੇਖ ਕੇ ਹੀ ਉਹਦਾ ਜਿਹੜਾ ਮੀਨਿੰਗ ਹੈ ਉਹਦਾ ਅੰਦਾਜ਼ਾ ਲੱਗ ਜਾਂਦਾ। ਪਰ ਕਈ ਜਿਹੜੇ ਹੈਗੇ ਨੇ ਉਹ ਇੱਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਦਾ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਤਾਂ ਅ ਬਿਗ ਮਾਊਥ, ਬਿਗ ਮਾਊਥ ਦਾ ਮਤਲਬ ਹੁੰਦਾ ਵੱਡਾ ਮੂੰਹ। ਤਾਂ ਉਹ ਆਪਾਂ ਨੂੰ ਵੈਸੇ ਹੀ ਪਤਾ ਲੱਗ ਰਿਹਾ ਵਾ ਵੀ ਇਹ ਕਿੱਦਾਂ ਕਿਸੇ ਦੀ ਗੱਲ ਹੋਣੀ ਹੈ। ਤਾਂ ਇਹਦਾ ਮੀਨਿੰਗ ਜਿਹੜਾ ਹੈ ਉਹ ਕਹਿੰਦੇ ਜੀ ਨੋਇਜ਼ੀ ਔਰ ਬੋਸਟਫੁਲ ਔਰ ਅ ਫੁਲਿਸ਼ ਟਾਕਰ। ਤਾਂ ਪੰਜਾਬੀ 'ਚ ਮੈਂ ਤੁਹਾਨੂੰ ਦੱਸਦਾ, ਕਹਿੰਦਾ ਜੀ ਬਹੁਤ ਜ਼ਿਆਦਾ ਬੋਲਣ ਵਾਲਾ, ਬਿਨਾਂ ਸਿਰ ਪੈਰ ਜੇ ਦੀਆਂ ਗੱਲਾਂ, ਐਵੇਂ ਜਿਹਨੂੰ ਆਪਾਂ ਜਬਲੀਆਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਜਬਲੀਆਂ ਜਿਹੀਆਂ ਮਾਰਨ ਵਾਲੇ ਬੰਦੇ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬਿਗ ਮਾਊਥ ਕਹਿ ਦਿੰਦੇ ਹਾਂ, ਵੱਡੇ ਮੂੰਹ ਵਾਲਾ। ਜਿਹਨੂੰ ਆਪਾਂ ਪੰਜਾਬੀ ਪਿਓਰ ਦੇਸੀ ਪੇਂਡੂ ਪੰਜਾਬੀ ਦੇ ਵਿੱਚ ਭੌਂਕਾ ਕਹਿ ਦਿੰਦੇ ਹਾਂ। ਆਪਾਂ ਕਹਿੰਦੇ ਉਹ ਬੰਦਾ ਭੌਂਕਾ ਹੈ। ਭੌਂਕਾ ਮਤਲਬ ਹਰ ਵੇਲੇ ਬੱਕ 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 ਕਰਦਾ ਰਹਿੰਦਾ ਹੈ। ਤਾਂ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਬਿਗ ਮਾਊਥ ਕਹਿੰਦੇ ਹਾਂ। ਤਾਂ ਇਹਨਾਂ ਨੇ ਐਗਜ਼ੈਂਪਲ ਦੇ ਨਾਲ ਆਪਾਂ ਨੂੰ ਵਾਕ ਬਣਾ ਕੇ ਦੱਸਿਆ ਹੋਇਆ ਬਹੁਤ ਸੌਖੇ ਢੰਗ ਦੇ ਨਾਲ। ਕਹਿੰਦੇ ਦ ਮੈਨ ਇਜ਼ ਅ ਬਿਗ ਮਾਊਥ, ਹੀ ਇਜ਼ ਆਲਵੇਜ਼ ਟੋਕਿੰਗ ਅਬਾਊਟ ਹਿਜ਼ ਪਲੈਨਸ। ਕਹਿੰਦੇ ਜਿਹੜਾ ਉਹ ਬੰਦਾ ਹੈ ਉਹ ਬਹੁਤ ਜ਼ਿਆਦਾ ਜਬਲੀਆਂ ਮਾਰਦਾ ਰਹਿੰਦਾ ਹੈ, ਅਤੇ ਉਹ ਆਪਣੇ ਜਿਹੜੇ ਪਲਾਨ ਨੇ ਉਹ ਸਾਰਿਆਂ ਨੂੰ ਦੱਸਦਾ ਫਿਰਦਾ ਰਹਿੰਦਾ। ਉਹ ਬਹੁਤ ਬਿਗ ਮਾਊਥ ਬੰਦਾ ਹੈ। ਤਾਂ ਹੋਪ ਕਰਦਾ ਤੁਹਾਨੂੰ ਇਹ ਸਮਝ ਆ ਗਿਆ ਹੋਣਾ, ਅਤੇ ਅੱਗੇ ਵੱਧਦੇ ਹਾਂ ਜੀ। ਅੱਗੇ ਕਹਿੰਦਾ ਅ ਬਰੱਸ਼ ਵਿਦ ਡੈਥ। ਤਾਂ ਇਹ ਵੀ ਹੁਣ ਦੇਖੋ, ਤੁਹਾਨੂੰ ਇਹਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਰਿਹਾ ਕਿ ਡੈਥ ਦੀ ਗੱਲ ਹੋਈ ਆ ਕਿਤੇ, ਤਾਂ ਕਿਤੇ ਨਾ ਕਿਤੇ ਡੈਥ ਦੇ ਨਾਲ ਰਿਲੇਟਡ ਗੱਲ ਹੋਈ ਆ। ਤਾਂ ਕਹਿੰਦੇ ਜੀ ਅ ਬਰੱਸ਼ ਵਿਦ ਡੈਥ ਦਾ ਮਤਲਬ ਹੁੰਦਾ ਅ ਨੀਅਰ ਡੈਥ ਐਕਸਪੀਰੀਅੰਸ। ਮਤਲਬ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਮਰਦੇ ਮਰਦੇ ਬਚਣਾ, ਜਾਂ ਮੌਤ ਨੂੰ ਹੱਥ ਲਾ ਕੇ ਮੁੜਨਾ, ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਤੁਸੀਂ ਇਹਨੂੰ ਫਨੀ ਐਗਜ਼ਾਮਪਲ ਦੇ ਨਾਲ ਵੀ ਸਮਝ ਸਕਦੇ ਹੋ ਕਿ ਬਰੱਸ਼ ਵਿਦ ਡੈਥ ਮਤਲਬ ਵੀ ਬੰਦਾ ਜਮਦੂਤ ਦੇ ਨਾਲ ਜਾ ਕੇ ਬੁਰਸ਼ ਕਰਿਆ ਆ। ਠੀਕ ਹੈ, ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ। ਤਾਂ ਅ ਬਰੱਸ਼ ਵਿਦ ਡੈਥ ਦਾ ਮਤਲਬ ਹੁੰਦਾ ਨੀਅਰ ਡੈਥ, ਮੌਤ ਦੇ ਨਾਲ ਬਹੁਤ ਕਲੋਜ਼ ਜਿਹੜਾ ਹੈਗਾ ਐਕਸਪੀਰੀਅੰਸ। ਤਾਂ ਜਦੋਂ ਕਈ ਵਾਰੀ ਕੋਈ ਐਕਸੀਡੈਂਟ ਜਾਂ ਕੋਈ ਦੁਰਘਟਨਾ ਹੁੰਦੀ ਆ, ਬੰਦਾ ਮਰਦਾ ਮਰਦਾ ਬਚਦਾ, ਤਾਂ ਆਪਾਂ ਉਦੋਂ ਕਹਿੰਦੇ ਹਾਂ ਵੀ ਉਹ ਤਾਂ ਹੱਥ ਲਾ ਕੇ ਮੁੜਿਆ। ਤਾਂ ਉਦੋਂ ਕਹਿ ਦਿੰਦੇ ਨੇ ਇੰਗਲਿਸ਼ ਦੇ ਵਿੱਚ ਅ ਬਰੱਸ਼ ਵਿਦ ਡੈਥ।
ਕਹਿੰਦਾ ਜੀ ਦ ਮੈਨ ਹੈਡ ਅ ਬਰਸ਼ ਵਿਦ ਡੈਥ ਇਨ ਦ ਕਾਰ ਐਕਸੀਡੈਂਟ। ਤਾਂ ਉਹੀ ਗੱਲ ਆ ਗਈ ਜੀ, ਕਹਿੰਦਾ ਜੀ ਉਹਦਾ ਕਾਰ ਐਕਸੀਡੈਂਟ ਹੋ ਗਿਆ ਤੇ ਉਹ ਮੌਤ ਨੂੰ ਹੱਥ ਲਾ ਕੇ ਮੁੜਿਆ, ਜਾਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਮੌਤ ਦੇ ਮੂੰਹ ਚੋਂ ਮੁੜਿਆ। ਤਾਂ ਇਹ ਹੋ ਗਿਆ ਜੀ ਸਾਡਾ ਬਰਸ਼ ਵਿਦ ਡੈਥ। ਅੱਗੇ ਕਹਿੰਦਾ ਜੀ ਅ ਕੈਟ ਇਨ ਗਲਵਜ਼ ਕੈਚਿਜ਼ ਨੋ ਮਾਈਸ। ਬਹੁਤ ਫਨੀ ਜਿਹਾ ਇੱਕ ਤਰ੍ਹਾਂ ਹੈਗਾ ਈਡੀਅਮ ਹੈ। ਤਾਂ ਇਹਦਾ ਤੁਸੀਂ ਜਦੋਂ ਮਤਲਬ ਸਮਝਦੇ ਹੋ, ਸ਼ਾਬਦਿਕ ਅਰਥ ਜਦੋਂ ਤੁਸੀਂ ਪੜ੍ਹਦੇ ਹੋ, ਤਾਂ ਤੁਹਾਨੂੰ ਕਾਫੀ ਅੰਦਾਜ਼ਾ ਲੱਗ ਜਾਂਦਾ ਇਹਦੇ ਅਸਲੀ ਮਤਲਬ ਦਾ। ਕਹਿੰਦਾ ਅ ਕੈਟ ਇਨ ਗਲਵਜ਼ ਕੈਚਿਜ਼ ਨੋ ਮਾਈਸ। ਕਹਿੰਦਾ ਵੀ ਜਿਹੜੀ ਕੈਟ ਆ ਕਿ ਬਿੱਲੀ ਆ ਜਿਹਨੇ ਦਸਤਾਨੇ ਪਾਏ ਹੋਏ ਨੇ, ਤੇ ਕਹਿੰਦੇ ਉਹ ਤੋਂ ਕੋਈ ਚੂਹਾ ਨਹੀਂ ਫੜ ਹੁੰਦਾ, ਜਾਂ ਉਹ ਕੋਈ ਚੂਹਾ ਨਹੀਂ ਫੜਦੀ। ਤਾਂ ਉਹ ਬਹੁਤ ਮਤਲਬ ਆਪਾਂ ਨੂੰ ਪਤਾ ਹੀ ਹੈ ਕਿ ਰਿਲੇਟਡ ਜਿਹਾ ਹੈਗਾ ਵਾ ਵੀ ਮਿਹਨਤ ਕਰਨ ਦੇ ਨਾਲ, ਜਾਂ ਤਾਂ ਇਹਦਾ ਜੀ ਜਿਹੜਾ ਰਿਲੇਸ਼ਨ ਹੈ ਉਹ ਕਿਸੇ ਕੰਮ ਕਰਨ ਦੇ ਨਾਲ ਜਾਂ ਕੋਈ ਮਿਸ਼ਨ ਕਰਨ ਦੇ ਨਾਲ ਜਿਹੜਾ ਹੈਗਾ ਉਹ ਹੋ ਸਕਦਾ ਹੈ। ਤਾਂ ਦੇਖਦੇ ਹਾਂ ਦਾ ਕੀ ਮੀਨਿੰਗ ਆ। ਕਹਿੰਦਾ ਜੀ ਇਫ ਯੂ ਆਰ ਟੂ ਕੇਅਰਫੁਲ ਐਂਡ ਪੋਲਾਈਟ ਯੂ ਮੇ ਨਾਟ ਗੈਟ ਵਟ ਯੂ ਵਾਂਟ। ਤਾਂ ਉਹੀ ਗੱਲ ਆ ਗਈ ਜੀ, ਕਹਿੰਦਾ ਜੇ ਬਿੱਲੀ ਦੇ ਦਸਤਾਨੇ ਪਾਏ ਹੋਣਗੇ ਫਿਰ ਉਹ ਚੂਹੇ ਕਿੱਥੋਂ ਫੜ ਲਊਗੀ। ਤਾਂ ਕਹਿੰਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਇੱਦਾਂ ਆਪਣਾ ਬਹੁਤ ਜ਼ਿਆਦਾ ਸੰਭਲ ਕੇ ਜੇ ਚੱਲਦੇ ਹੋ, ਬਹੁਤ ਚੀਜ਼ਾਂ ਦਾ ਧਿਆਨ ਰੱਖ ਕੇ ਚੱਲਦੇ ਹੋ, ਤਾਂ ਕਈ ਵਾਰੀ ਤੁਹਾਡੇ ਤੋਂ ਉਹ ਚੀਜ਼ਾਂ ਨਹੀਂ ਪ੍ਰਾਪਤ ਕਰ ਹੁੰਦੀਆਂ ਜਿਹੜੀਆਂ ਤੁਸੀਂ ਕਰਨੇ ਚਾਹੁੰਦੇ ਹੋ। ਜਦੋਂ ਤੁਸੀਂ ਬਹੁਤ ਸਾਵਧਾਨ ਜਿਹਾ ਹੋ ਕੇ ਚੱਲਦੇ ਹੋ, ਕਿਉਂਕਿ ਕਈ ਵਾਰੀ ਰਿਸਕ ਲੈਣਾ ਪੈਂਦਾ ਕੋਈ ਵੀ ਅਚੀਵਮੈਂਟ ਕਰਨ ਵਾਸਤੇ। ਇਹ ਐਕਚੁਅਲ ਦੇ ਵਿੱਚ ਜਦੋਂ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ, ਤਾਂ ਆਪਾਂ ਜਦੋਂ ਰਿਸਕ ਵਗੈਰਾ ਦੀ ਗੱਲ ਕਰਦੇ ਹਾਂ ਤਾਂ ਉਦੋਂ ਜਿਹੜਾ ਹੈਗਾ ਇਹ ਈਡੀਅਮ ਯੂਜ਼ ਹੁੰਦਾ ਹੈ। ਵੀ ਜੇ ਤੁਸੀਂ ਬਹੁਤ ਜ਼ਿਆਦਾ ਡਰਦੇ ਰਹੋਗੇ, ਘਬਰਾਉਂਦੇ ਰਹੋਗੇ, ਠੀਕ ਹੈ ਜੀ, ਤਾਂ ਫਿਰ ਤੁਹਾਡੇ ਤੋਂ ਜਿਹੜੇ ਹੈਗੇ ਨੇ ਉਹ ਕੰਮ ਜਿਹੜੇ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਹੋਣੇ। ਕਿ ਜੇ ਬਿੱਲੀ ਜਿਹੜੀ ਹੈਗੀ ਆ ਉਹ ਹੱਥ ਲਿਬੜਨ ਦੇ ਜਾਂ ਪੰਜੇ ਲਿਬੜਨ ਦੇ ਡਰ ਤੋਂ ਦਸਤਾਨੇ ਪਾਈ ਰੱਖੂਗੀ, ਤਾਂ ਫਿਰ ਉਹ ਚੂਹੇ ਨਹੀਂ ਫੜ ਸਕੂਗੀ। ਤਾਂ ਬਹੁਤ ਫਨੀ ਜਿਹੇ ਤਰੀਕੇ ਨਾਲ ਇਹ ਜਿਹੜਾ ਈਡੀਅਮ ਬਣਾਇਆ ਗਿਆ। ਤਾਂ ਇਹਦੀ ਐਗਜ਼ਾਮਪਲ ਹੈ, ਕਹਿੰਦਾ ਇਹ ਕੈਟ ਇਨ ਗਲਵਜ਼ ਕੈਚਿਜ਼ ਨੋ ਮਾਈਸ ਐਂਡ ਆਈ ਐਡਵਾਈਜ਼ਡ ਮਾਈ ਫਰੈਂਡ ਦੈਟ ਹੀ ਸ਼ੁੱਡ ਬੀ ਮੋਰ ਅਗਰੈਸਿਵ ਐਟ ਵਰਕ ਔਰ ਹੀ ਵਿਲ ਨਾਟ ਬੀ ਸਕਸੈਸਫੁਲ। ਤਾਂ ਉਹੀ ਗੱਲ ਕਹਿੰਦਾ ਜੀ ਵੀ ਜਿੱਦਾਂ ਕਹਿੰਦਾ ਵੀ ਬਿੱਲੀ ਆ ਜਿਹੜੀ ਉਹ ਦਸਤਾਨੇ ਪਾ ਕੇ ਚੂਹਾ ਨਹੀਂ ਫੜ ਸਕਦੀ, ਤਾਂ ਮੈਂ ਆਪਣੇ ਦੋਸਤ ਨੂੰ ਕਿਹਾ ਵੀ ਉਹਨੂੰ ਥੋੜ੍ਹਾ ਜਿਹਾ ਹੋਰ ਉਤੇਜਿਤ ਜਾਂ ਕਹਿ ਲਓ ਬਹੁਤ ਥੋੜ੍ਹਾ ਜਿਹਾ ਤਕੜਾ ਹੋਣਾ ਪੈਣਾ ਕੰਮ ਦੇ ਉੱਤੇ, ਵੀ ਨਹੀਂ ਤਾਂ ਫਿਰ ਉਹਨੂੰ ਸਕਸੈਸਫੁੱਲ ਜਿਹੜਾ ਹੈਗਾ ਉਹ ਨਹੀਂ ਹੋ ਸਕਦਾ। ਤਾਂ ਸੇਮ ਹੀ ਮਤਲਬ ਹੈ ਜੀ ਕਿ ਜਦੋਂ ਤੁਸੀਂ ਬਹੁਤ ਧਿਆਨ ਜਿਹਾ ਰੱਖੋਗੇ, ਬਹੁਤ ਡਰ ਕੇ ਚੱਲੋਗੇ, ਫਿਰ ਤੁਹਾਡੇ ਤੋਂ ਕੰਮ ਨਹੀਂ ਕਰ ਹੁੰਦਾ। ਅੱਗੇ ਆ ਗਿਆ ਜੀ, ਕਹਿੰਦਾ ਅ ਕਰਾਈਂਗ ਸ਼ੇਮ। ਤਾਂ ਸ਼ੇਮ ਦਾ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ ਜੀ। ਸ਼ੇਮ ਦਾ ਮਤਲਬ ਹੁੰਦਾ ਸ਼ਰਮ ਮਹਿਸੂਸ ਕਰਨੀ, ਸ਼ਰਮ ਆਉਣੀ। ਤਾਂ ਕਹਿੰਦਾ ਜੀ ਇਹਦਾ ਮਤਲਬ ਆ ਅ ਵੈਰੀ ਅਨਫੋਰਚੂਨੇਟ ਸਿਚੁਏਸ਼ਨ। ਕੋਈ ਮੰਦਭਾਗੀ, ਕੋਈ ਮਨਹੂਸ ਜੀ ਕੋਈ ਸਿਚੁਏਸ਼ਨ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਕਰਾਈਂਗ ਸ਼ੇਮ। ਕਹਿੰਦਾ ਸ਼ਰਮਿੰਦਗੀ ਪੂਰਵਕ ਕੋਈ ਸਿਚੁਏਸ਼ਨ ਹੋਵੇ, ਉਹਨੂੰ ਵੀ ਕਰਾਈਂਗ ਸ਼ੇਮ ਕਹਿ ਦਿੰਦੇ ਨੇ। ਇਟ ਵਾਜ਼ ਅ ਕਰਾਈਂਗ ਸ਼ੇਮ ਦੈਟ ਆਵਰ ਕਲਾਸ ਟ੍ਰਿਪ ਟੂ ਯੂਰਪ ਵਾਜ਼ ਕੈਂਸਲਡ। ਜਿਵੇਂ ਆਪਾਂ ਕਹਿੰਦੇ ਹਾਂ ਵੀ ਇਹ ਸ਼ਰਮਿੰਦਗੀ ਭਰਪੂਰ ਗੱਲ ਹੈ। ਕੋਈ ਵੀ ਗੱਲ ਹੋਵੇ ਇੱਦਾਂ ਦੀ ਜਿਹਦੇ 'ਚ ਆਪਾਂ ਨੂੰ ਸ਼ਰਮ ਜਿਹੀ ਆਉਂਦੀ ਹੋਵੇ, ਤਾਂ ਉਹਨੂੰ ਆਪਾਂ ਕਰਾਈਂਗ ਸ਼ੇਮ ਕਹਿ ਦਿੰਦੇ ਹਾਂ। ਤਾਂ ਕਹਿੰਦਾ ਵੀ ਇਹ ਕਰਾਈਂਗ ਸ਼ੇਮ ਹੈ ਕਿ ਜਿਹੜਾ ਸਾਡਾ ਸਕੂਲ ਦਾ ਟ੍ਰਿਪ ਸੀਗਾ ਯੂਰਪ ਦਾ, ਉਹ ਕੈਂਸਲ ਹੋ ਗਿਆ। ਚਲੋ ਜੀ, ਕਿਤੇ ਨਾ ਕਿਤੇ ਕਰਾਈਂਗ ਸ਼ੇਮ ਆ ਜਿਹੜਾ ਇਹਦਾ ਤੁਸੀਂ ਸਬੰਧ ਆ ਜਿਹੜਾ ਉਹ ਫੇਲੀਅਰ ਜਾਂ ਅਸਫਲਤਾ ਨਾਲ ਵੀ ਜੋੜ ਸਕਦੇ ਹੋ। ਅੱਗੇ ਆ ਗਿਆ ਜੀ, ਕਹਿੰਦਾ ਅ ਕੱਟ ਅਬਵ। ਤਾਂ ਇਹਦਾ ਮਤਲਬ ਕੀ ਹੁੰਦਾ। ਕਹਿੰਦਾ ਜੀ ਅ ਲਿਟਲ ਬੈਟਰ ਦੈਨ ਸਮਵਨ ਔਰ ਸਮਥਿੰਗ। ਜਾਂ ਆਪਾਂ ਜਿਵੇਂ ਕਹਿੰਦੇ ਹਾਂ ਵੀ ਥੋੜ੍ਹਾ ਜਿਹਾ ਠੀਕ ਠਾਕ ਹੈ, ਕੁਛ ਕੁ ਠੀਕ ਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕੁਛ ਕੁ ਠੀਕ ਹੈ, ਪਹਿਲਾਂ ਨਾਲੋਂ ਕੋਈ ਫਰਕ ਹੈ, ਉੱਦਾਂ ਆਪਾਂ ਜਦੋਂ ਕਹਿ ਦਿੰਦੇ ਹਾਂ ਤਾਂ ਉਹਨੂੰ ਕਹਿ ਦਿੰਦੇ ਨੇ ਅ ਕੱਟ ਅਬਵ। ਥੋੜ੍ਹਾ ਜਿਹਾ ਕੋਈ ਬਹੁਤ ਬਹੁਤ ਮਾਈਲਡ ਜਿਹਾ ਕੁਛ ਚੀਜ਼ ਜਿਹੜੀ ਹੈਗੀ ਆ ਉਹ ਦੂਜੀ ਚੀਜ਼ ਨਾਲੋਂ ਵਧੀਆ ਹੋਵੇ। ਤਾਂ ਕਹਿੰਦਾ ਜੀ ਦ ਨਿਊ ਪ੍ਰਿੰਸੀਪਲ ਇਜ਼ ਅ ਕੱਟ ਅਬਾਊ ਦਾ ਪ੍ਰੀਵੀਅਸ ਵਨ। ਕਹਿੰਦਾ ਜੀ ਜਿਹੜਾ ਨਵਾਂ ਸਾਡਾ ਹੈਡ ਮਾਸਟਰ ਹੈ ਜਾਂ ਪ੍ਰਿੰਸੀਪਲ ਹੈ, ਉਹ ਕੱਟ ਅਬਾਊ ਦਾ ਪ੍ਰੀਵੀਅਸ ਵਨ ਹੈ। ਮਤਲਬ ਉਹ ਪਿਛਲੇ ਨਾਲੋਂ ਥੋੜ੍ਹਾ ਜਿਹਾ ਠੀਕ ਹੈ, ਕੁਛ ਕੁ ਫਰਕ ਹੈ ਪਿਛਲੇ ਨਾਲੋਂ, ਮਾੜਾ ਜਿਹਾ ਵਧੀਆ ਉਹਦੇ ਨਾਲੋਂ, ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈਗਾ, ਥੋੜ੍ਹਾ ਬਹੁਤ ਫਰਕ ਹੈ। ਅੱਗੇ ਆ ਗਿਆ, ਕਹਿੰਦਾ ਜੀ ਅ ਡਾਈਮ ਅ ਡਜ਼ਨ। ਤਾਂ ਇਹ ਉਹਨਾਂ ਚੀਜ਼ਾਂ ਵਾਸਤੇ ਵਰਤਿਆ ਜਾਂਦਾ ਹੈ ਜਿਹੜੀਆਂ ਕਹਿੰਦਾ ਬਹੁਤ ਜ਼ਿਆਦਾ ਕਾਮਨ ਜੀ ਹੋਵੇ, ਬਹੁਤ ਜ਼ਿਆਦਾ ਆਮ ਜੀ ਕੋਈ ਚੀਜ਼ ਹੋਵੇ। ਠੀਕ ਹੈ ਜੀ, ਆਪਾਂ ਜਿਵੇਂ ਕਹਿ ਦਿੰਦੇ ਹਾਂ ਵੀ ਇਹਨੂੰ ਤਾਂ ਜਣਾ ਖਣਾ ਹੀ ਚੱਕੀ ਫਿਰਦਾ, ਉਹਨੂੰ ਕਹਿ ਦਿੰਦੇ ਨੇ ਅ ਡਾਈਮ ਅ ਡਜ਼ਨ। ਕਹਿੰਦਾ ਕਾਮਨ, ਗੈਟ ਟੂ ਈਜ਼ੀ ਐਂਡ ਲਿਟਲ ਵੈਲਿਊ। ਕਹਿੰਦਾ ਬਹੁਤ ਆਸਾਨੀ ਨਾਲ ਮਿਲਣ ਵਾਲੀ ਚੀਜ਼ ਜਾਂ ਬਹੁਤ ਆਮ ਜੀ, ਬਹੁਤ ਨੋਰਮਲ ਜੀ ਚੀਜ਼ ਹੈ।
ਕਹਿੰਦਾ ਯੂਜ਼ਡ ਬੁੱਕਸ ਆਰ ਅ ਡਾਈਮ ਅ ਡਜ਼ਨ ਐਂਡ ਇਟ ਇਜ਼ ਡਿਫੀਕਲਟ ਟੂ ਸੈਲ ਦੈਮ। ਜਿਵੇਂ ਉਹਨੇ ਕਿਹਾ ਕਿ ਪੁਰਾਣੀਆਂ ਕਿਤਾਬਾਂ ਹਰ ਜਗ੍ਹਾ ਹੀ ਮਿਲ ਜਾਂਦੀਆਂ ਨੇ, ਬਹੁਤ ਆਮ ਜੀ ਗੱਲ ਹੈ ਪੁਰਾਣੀਆਂ ਕਿਤਾਬਾਂ ਲੈਣਾ, ਤਾਂ ਇਸੇ ਕਰਕੇ ਕਹਿੰਦਾ ਇਹਨਾਂ ਨੂੰ ਵੇਚਣਾ ਜਿਹੜਾ ਹੈਗਾ ਉਹ ਕਾਫੀ ਮੁਸ਼ਕਲ ਹੈ ਕਿਉਂਕਿ ਇਹ ਹਰ ਜਗ੍ਹਾ ਹੀ ਮਿਲ ਜਾਂਦੀਆਂ ਨੇ। ਕਹਿੰਦਾ ਅ ਡੋਜ਼ ਆਫ ਵਨਜ਼ ਓਨ ਮੈਡੀਸਨ। ਬਹੁਤ ਹੀ ਸਿੰਪਲ ਜਿਹਾ ਈਡੀਅਮ ਆ ਬਟ ਬਹੁਤ ਇੰਪੋਰਟੈਂਟ ਗੱਲ ਜਿਹੜੀ ਹੈਗੀ ਆ ਉਹ ਕੀਤੀ ਹੋਈ ਆ। ਕਹਿੰਦਾ ਜੀ ਦਾ ਸੇਮ ਕਾਈਂਡ ਆਫ ਟਰੀਟ ਵਨ ਦੈਟ ਵਨ ਗਿਵਸ ਟੂ ਦ ਅਦਰ ਪੀਪਲ। ਮਤਲਬ ਕੀ ਆ ਕਿ ਇਹ ਉਦੋਂ ਵਰਤਦੇ ਆਪਾਂ ਜਦੋਂ ਕੋਈ ਬੰਦਾ ਜਿਹੋ ਜਿਹਾ ਉਹ ਦੂਜਿਆਂ ਨਾਲ ਵਿਵਹਾਰ ਕਰਦਾ ਤਾਂ ਉਹਨੂੰ ਵੀ ਅੱਗੋਂ ਉਹੋ ਜਿਹਾ ਹੀ ਟਰੀਟਮੈਂਟ ਜਿਹੜਾ ਹੈਗਾ ਉਹ ਮਿਲ ਜਾਵੇ। ਜਿਹਨੂੰ ਆਪਾਂ ਕਹਿੰਦੇ ਹਾਂ ਵੀ ਕੋਈ ਸ਼ੀਸ਼ਾ ਦਿਖਾ ਦੇਵੇ ਕਿ ਜਿੱਦਾਂ ਦਾ ਉਹ ਦੂਜਿਆਂ ਨੂੰ ਟਰੀਟ ਕਰਦਾ ਉਹਨੂੰ ਕੋਈ ਉੱਦਾਂ ਦਾ ਟਰੀਟ ਕਰੇ, ਤਾਂ ਆਪਾਂ ਉਹਨੂੰ ਕਹਿੰਦੇ ਹਾਂ ਅ ਡੋਜ਼ ਆਫ ਵਨਜ਼ ਓਨ ਮੈਡੀਸਨ, ਵੀ ਉਹਦੀ ਉਹ ਦਵਾਈ ਉਹਨੂੰ ਹੀ ਦੇਤੀ ਕਿਸੇ ਨੇ। ਤਾਂ ਬਹੁਤ ਇੰਪੋਰਟੈਂਟ ਜਿਹਾ ਜਿਹੜਾ ਹੈਗਾ ਈਡੀਅਮ ਹੈ। ਕਹਿੰਦਾ ਜੀ ਦ ਮੈਨ ਗੋਟ ਅ ਡੋਜ਼ ਆਫ ਹਿਜ਼ ਓਨ ਮੈਡੀਸਨ ਵੈਨ ਹਿਜ਼ ਬੌਸ ਬਿਗੈਨ ਟੂ ਟਰੀਟ ਹਿਮ ਦ ਵੇ ਦੈਟ ਹੀ ਟਰੀਟਡ ਅਦਰਸ। ਤਾਂ ਬਹੁਤ ਹੀ ਵਧੀਆ ਐਗਜ਼ਾਮਪਲ ਦਿੱਤੀ ਹੋਈ ਹੈ। ਕਹਿੰਦਾ ਵੀ ਉਹ ਬੰਦੇ ਨੂੰ ਤਾਂ ਆਪਦੀ ਉਹ ਦਵਾਈ ਮਿਲ ਗਈ, ਉਹ ਬੰਦੇ ਨੂੰ ਆਪਣੀ ਉਹ ਮੈਡੀਸਨ ਦੀ ਡੋਜ਼ ਮਿਲ ਗਈ ਜਦੋਂ ਉਹਦਾ ਬੌਸ ਆ ਜਿਹੜਾ ਉਹ ਉਹਨੂੰ ਉੱਦਾਂ ਹੀ ਟਰੀਟ ਕਰਨ ਲੱਗ ਗਿਆ, ਉਹਦੇ ਨਾਲ ਉੱਦਾਂ ਹੀ ਵਿਵਹਾਰ ਕਰਨ ਲੱਗ ਗਿਆ ਜਿੱਦਾਂ ਦਾ ਉਹ ਬੰਦਾ ਜਿਹੜਾ ਹੈਗਾ ਉਹ ਹੋਰ ਲੋਕਾਂ ਨਾਲ ਕਰਦਾ। ਤਾਂ ਇਹਦਾ ਐਕਚੁਅਲ 'ਚ ਇਹ ਮੀਨਿੰਗ ਹੈ। ਤਾਂ ਬੜੀ ਇੰਪੋਰਟੈਂਟ ਜੀ ਗੱਲ ਜਿਹੜੀ ਹੈਗੀ ਉਹਦੇ 'ਚ ਕਹੀ ਹੋਈ ਹੈ। ਅੱਗੇ ਆ ਗਿਆ ਜੀ, ਕਹਿੰਦਾ ਅ ਫੇਅਰ ਸ਼ੇਕ। ਇਹ ਵੀ ਟਰੀਟਮੈਂਟ ਦੇ ਨਾਲ ਹੀ ਰਿਲੇਟਡ ਹੈ, ਪਰ ਇਹ ਹੋਰ ਤਰੀਕੇ ਨਾਲ ਹੈ। ਕਹਿੰਦਾ ਫੇਅਰ ਦਾ ਮਤਲਬ ਹੁੰਦਾ ਵਧੀਆ, ਤੁਹਾਨੂੰ ਪਤਾ ਹੀ ਹੈ। ਤਾਂ ਕਹਿੰਦਾ ਜੀ ਫੇਅਰ ਸ਼ੇਕ ਦਾ ਮਤਲਬ ਹੁੰਦਾ ਓਨੈਸਟ ਟਰੀਟਮੈਂਟ। ਜਦੋਂ ਕੋਈ ਸਾਡੇ ਨਾਲ ਇਮਾਨਦਾਰੀ ਨਾਲ ਵਿਵਹਾਰ ਕਰੇ, ਇਮਾਨਦਾਰੀ ਨਾਲ ਬਿਹੇਵ ਕਰੇ, ਉਹਨੂੰ ਅਸੀਂ ਕਹਿੰਦੇ ਹਾਂ। ਕਹਿੰਦੇ ਜੀ ਦ ਵੂਮਨ ਵਾਜ਼ ਨਾਟ ਗਿਵਨ ਅ ਫੇਅਰ ਸ਼ੇਕ ਐਟ ਦ ਇਨਕੁਆਇਰੀ ਇਨਟੂ ਹਰ ਬਿਹੇਵੀਅਰ। ਤਾਂ ਕਹਿੰਦਾ ਜੀ ਉਹ ਵੂਮੈਨ ਸੀਗੀ ਜਿਹੜੀ, ਉਹਨੂੰ ਇਮਾਨਦਾਰੀ ਨਾਲ ਨਹੀਂ ਬਿਹੇਵ ਮਿਲਿਆ ਹੈਗਾ ਆਪਣੇ ਮੀਟਿੰਗ ਦੇ ਵਿੱਚ ਜਾਂ ਇਨਕੁਆਇਰੀ ਦੇ ਵਿੱਚ, ਤਾਂ ਉਹਦੇ ਨਾਲ ਕੀ ਹੋਇਆ, ਧੱਕਾ ਹੋਇਆ। ਅੱਗੇ ਆ ਗਿਆ ਜੀ, ਕਹਿੰਦਾ ਅ ਫਾਲਿੰਗ ਆਊਟ। ਫਾਲਿੰਗ ਦਾ ਮਤਲਬ ਹੁੰਦਾ ਵੈਸੇ ਡਿੱਗਣਾ ਵੀ ਹੁੰਦਾ, ਤਾਂ ਇੱਥੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤਾਂ ਕਹਿੰਦਾ ਜੀ ਅ ਡਿਸਐਗਰੀਮੈਂਟ ਔਰ ਅ ਕੁਆਰਲ ਵਿਦ ਸਮਵਨ। ਕਿਸੇ ਦਾ ਨਾਲ ਤਕਰਾਰ ਹੋਣਾ ਜਾਂ ਕਹਿ ਲਓ ਕਿ ਲੜਾਈ ਝਗੜਾ ਹੋ ਜਾਣਾ, ਠੀਕ ਹੈ ਜੀ, ਬਹਿਸਬਾਜ਼ੀ ਹੋ ਜਾਣੀ। ਡਿਸਐਗਰੀਮੈਂਟ ਦਾ ਮਤਲਬ ਹੁੰਦਾ ਤਕਰਾਰ ਹੋਣੀ, ਤਾਂ ਉਹਨੂੰ ਕਹਿੰਦੇ ਆ ਅ ਫਾਲਿੰਗ ਆਊਟ। ਤਾਂ ਐਗਜ਼ਾਮਪਲ ਹੈ ਜੀ, ਕਹਿੰਦਾ ਵੀ ਹੈਡ ਅ ਫਾਲਿੰਗ ਆਊਟ ਡਿਊਰਿੰਗ ਆਵਰ ਹੌਲੀਡੇਜ਼ ਐਂਡ ਵੀ ਹੈਵ ਨਾਟ ਸਪੋਕਨ ਸਿੰਸ। ਕਹਿੰਦਾ ਜੀ ਸਾਡੀ ਤਕਰਾਰ ਹੋ ਗਈ ਸੀ ਆਪਣੇ ਉਹਨਾਂ ਦੇ ਵਿੱਚ ਛੁੱਟੀਆਂ ਦੇ ਵਿੱਚ, ਇਸ ਲਈ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ। ਤਾਂ ਫਾਲਿੰਗ ਆਊਟ ਦਾ ਮਤਲਬ ਹੁੰਦਾ ਹੈ ਤਕਰਾਰ ਹੋ ਜਾਣਾ ਜਾਂ ਫਿਰ ਬੋਲ ਬਾਣੀ ਹੋ ਜਾਣੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਲੜਾਈ ਝਗੜਾ ਵੀ ਹੋ ਜਾਣਾ, ਇਹਨੂੰ ਆਪਾਂ ਫਾਲਿੰਗ ਆਊਟ ਕਹਿ ਸਕਦੇ ਹਾਂ। ਅੱਗੇ ਆ ਗਿਆ, ਕਹਿੰਦਾ ਜੀ ਅ ਫਾਰ ਕਰਾਈ ਫਰੋਮ। ਫਾਰ ਦਾ ਮਤਲਬ ਤੁਹਾਨੂੰ ਪਤਾ ਜੀ ਕੀ ਹੁੰਦਾ, ਦੂਰ ਹੋਣਾ ਕਿਸੇ ਚੀਜ਼ ਦਾ। ਤਾਂ ਇੱਥੇ ਇਹਦਾ ਮਤਲਬ ਹੈ ਕਿ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਜ਼ਮੀਨ ਅਸਮਾਨ ਦਾ ਫਰਕ ਹੋਣਾ। ਕਹਿੰਦਾ ਸਮਥਿੰਗ ਵੈਰੀ ਡਿਫਰੈਂਟ ਫਰੋਮ ਸਮਥਿੰਗ। ਕੋਈ ਚੀਜ਼ ਦੂਜੀ ਚੀਜ਼ ਨਾਲੋਂ ਬਹੁਤ ਜ਼ਿਆਦਾ ਭਿੰਨ ਹੋਵੇ, ਬਹੁਤ ਜ਼ਿਆਦਾ ਅਲੱਗ ਹੋਵੇ, ਜ਼ਮੀਨ ਅਸਮਾਨ ਦਾ ਫਰਕ ਹੋਵੇ। ਕਹਿੰਦਾ ਤਾਂ ਮੈਨਜ਼ ਸਟੇਟਮੈਂਟ ਟੂਡੇ ਇਜ਼ ਅ ਫਾਰ ਕਰਾਈ ਫਰੋਮ ਵਟ ਹੀ ਟੋਲਡ ਮੀ ਯੈਸਟਰਡੇ। ਕਹਿੰਦਾ ਉਹਨੇ ਅੱਜ ਜੋ ਮੈਨੂੰ ਸਟੇਟਮੈਂਟ ਦਿੱਤੀ ਜਾਂ ਅੱਜ ਜੋ ਮੈਨੂੰ ਕਿਹਾ ਉਹ ਉਸ ਨਾਲੋਂ ਬਿਲਕੁਲ ਹੀ ਅਲੱਗ ਸੀ, ਉਸ 'ਚ ਜ਼ਮੀਨ ਅਸਮਾਨ ਦਾ ਫਰਕ ਸੀ ਜੋ ਕੁਝ ਉਹਨੇ ਮੈਨੂੰ ਕੱਲ੍ਹ ਦੱਸਿਆ ਸੀ। ਤਾਂ ਇੱਥੇ ਆਪਾਂ ਗੱਲ ਕਰਦੇ ਹਾਂ ਅਫਾਰ ਕਰਾਈ ਫਰੋਮ। ਸੋ ਇਹ ਸੀਗੇ ਜੀ ਆਪਣੇ 10 ਇੰਪੋਰਟੈਂਟ ਈਡੀਅਮ ਅੱਜ ਦੇ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਊਗਾ, ਲੈਕਚਰ ਤੁਹਾਨੂੰ ਵਧੀਆ ਲੱਗਿਆ ਹੋਊ, ਤੁਸੀਂ ਇੰਜੋਏ ਕੀਤਾ ਹੋਊਗਾ। ਤਾਂ ਇਹਨਾਂ ਨੂੰ ਪੜ੍ਹੋ, ਲੈਕਚਰ ਨੂੰ ਦੇਖੋ ਅਤੇ ਇੰਪੋਰਟੈਂਟ ਜੋ ਲੱਗਦਾ ਹੈ, ਜੋ ਤੁਹਾਨੂੰ ਲੱਗਦਾ ਕਿ ਤੁਸੀਂ ਭੁੱਲ ਜਾਓਗੇ, ਉਹਨੂੰ ਨੋਟ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਤੋਂ ਵੀ ਕਰਵਾਓ, ਤਾਂ ਕਿ ਇੱਦਾਂ ਦਾ ਬਹੁਤ ਸਾਰਾ ਮਟੀਰੀਅਲ ਜਿਹੜਾ ਹੈਗਾ ਉਹ ਤੁਹਾਨੂੰ ਅਸੀਂ ਮੁਫਤ ਦੇ ਵਿੱਚ ਪ੍ਰੋਵਾਈਡ ਕਰ ਸਕੀਏ। ਸੋ ਜਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।